ਉਹ ਕਹਿੰਦੇ ਨੇ ਹਸਨ ਜੀ ਦਾ ਜਿਹੜਾ ਕਤਲ ਕੀਤਾ ਗਿਆ, ਕਹਿੰਦੇ ਇਸਲਾਮ ਦੇ ਵਿੱਚ ਇਹ ਬੜੀ ਵੱਡੀ ਜਿਹੜੀ ਸੀ ਉਹ ਕ੍ਰਾਂਤੀ ਨੂੰ ਲੈ ਕੇ ਆਏਗਾ, ਜਿਹਦੇ ਕਰਕੇ ਜਿਹੜੇ ਸ਼ੀਆ ਮੁਸਲਮਾਨ ਨੇ ਉਹਨਾਂ ਦਾ ਦੁਨੀਆ 'ਤੇ ਰਾਜ ਹੋਵੇਗਾ। ਪਰ ਇਸ ਤਰ੍ਹਾਂ ਹੋ ਨਹੀਂ ਸਕਿਆ। ਅੱਜ ਤੱਕ ਵੀ ਜਿਹੜੇ ਸੁੰਨੀ ਰਾਜ ਕਰਦੇ ਪਏ ਨੇ, ਸ਼ੀਆ ਰਾਜ ਨਹੀਂ ਕਰ ਸਕੇ। ਜੇ ਅਸੀਂ ਪੜ੍ਹਦੇ ਹਾਂ ਵਾਰਿਸ ਸ਼ਾਹ ਦੀ ਲਿਖੀ ਹੋਈ ਹੀਰ ਨੂੰ, ਤੇ ਉਹਦੇ ਵਿੱਚ ਵਾਰਿਸ ਸ਼ਾਹ ਨੇ ਲਿਖਿਆ ਹੈ, ਕਹਿੰਦੇ ਵਾਰਿਸ ਨਬੀ ਦਾ ਦੰਦ ਸ਼ਹੀਦ ਹੋਇਆ, ਇਹ ਕਿਸਮਤ ਕਿਸੇ ਤੋਂ ਹੱਸਦੀ। ਜੰਗੇ ਉਹਦ ਦੇ ਵਿੱਚ ਕਹਿੰਦੇ ਇੱਕ ਬਹਾਦਰ ਜਰਨੈਲ ਦੇ ਨਾਲ ਲੜਦਿਆਂ ਹੋਇਆਂ ਹਜ਼ਰਤ ਮੁਹੰਮਦ ਸਾਹਿਬ ਦੇ 2 ਦੰਦ ਟੁੱਟੇ ਨੇ। ਉਹ ਦੰਦਾਂ ਨੂੰ ਵੀ ਇਸਲਾਮ ਨੇ ਜਿਹੜਾ ਸੀ ਉਹ ਸ਼ਹੀਦ ਕਹਿਣਾ ਸ਼ੁਰੂ ਕਰ ਦਿੱਤਾ। ਪਰ ਜਿਹੜਾ ਪੈਰਾਮੀਟਰ ਹੁੰਦਾ ਹੈ, ਜਿਹੜਾ ਲੈਵਲ ਹੁੰਦਾ ਹੈ, ਜਿਸ ਦੇ ਰਾਹੀਂ ਇਹ ਨਿਰਣਾ ਕੀਤਾ ਜਾਂਦਾ ਕਿ ਸ਼ਹਾਦਤ ਕਿੰਨੀ ਵੱਡੀ, ਜਿਸ ਵੇਲੇ ਉਹ ਪੈਰਾਮੀਟਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੇ ਉੱਪਰ ਰੱਖ ਕੇ ਦੇਖਦੇ ਹਾਂ, ਫਿਰ ਉਹ ਸ਼ਹਾਦਤਾਂ ਬੜੇ ਨੀਵੇਂ ਕੱਦ ਦੀਆਂ ਰਹਿ ਜਾਂਦੀਆਂ ਨੇ। ਇਸਲਾਮ ਧਰਮ ਦੇ ਵਿੱਚ ਹਸਨ ਉਸ ਵੇਲੇ ਉਸ ਦੀ ਉਮਰ 35 ਕੁ ਸਾਲ ਹੈ। ਕੁਝ ਉਹਦੇ ਨਾਲ ਸਿਪਾਹੀ ਲੜਦੇ ਪਏ ਨੇ, ਦੂਸਰੇ ਪਾਸਿਓਂ ਵੀ ਉਹ ਸ਼ੀਆ ਮੁਸਲਮਾਨ ਲੜਦਾ ਪਿਆ ਹੈ। ਉਹਦਾ ਆਗੂ ਦਾ ਨਾਂ ਸੀ ਜਜੀਦ। ਤੇ ਕਹਿੰਦੇ ਜਜੀਦ ਨੇ ਜਦੋਂ ਘੇਰਾ ਪਾ ਲਿਆ ਹਸਨ ਨੂੰ, ਤੇ ਉਹਨੇ ਅੱਗੋਂ ਤਰਲੇ ਪਾਏ ਸੀ, ਕਹਿੰਦਾ ਮੈਨੂੰ ਛੱਡ ਦੇ, ਮੈਂ ਤਾਂ ਮੁਹੰਮਦ ਸਾਹਿਬ ਦਾ ਦੋਹਤਾ ਹਾਂ। ਪਰ ਉਹਨੇ ਛੱਡਿਆ ਨਹੀਂ ਸੀ, ਕਤਲ ਕਰ ਦਿੱਤਾ। ਪਰ ਇਸਲਾਮ ਨੇ ਇਸ ਸ਼ਹਾਦਤ ਨੂੰ ਵੀ ਬੜਾ ਵੱਡਾ ਕਹਿ ਕੇ ਪ੍ਰਚਾਰਿਆ। ਹੁਣ ਜਦੋਂ ਇਹੀ ਸ਼ਬਦ ਅਸੀਂ ਸਿੱਖੀ ਦੇ ਵਿੱਚ ਵਰਤਦੇ ਹਾਂ, ਗੁਰਬਾਣੀ ਦੇ ਵਿੱਚ ਵੀ ਇਹ ਸ਼ਬਦ ਜਿਹੜਾ ਹੈ ਵਰਤਿਆ ਗਿਆ। ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਹ ਸ਼ਬਦ ਵਰਤਿਆ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਜਦੋਂ ਸ਼ਹਾਦਤ ਦੇਣ ਤੋਂ ਪਹਿਲਾਂ ਕਾਰਨ ਕੀ ਬਣਦੇ ਨੇ, ਅੱਜ ਇਸ ਦੀ ਵਿਚਾਰ ਆਪਾਂ ਕਰਨੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜਿਸ ਵੇਲੇ ਜੋਤੀ ਜੋਤ ਸਮਾਉਣ ਲੱਗਦੇ ਨੇ, ਉਸ ਵੇਲੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਆਪਣੇ ਸਾਰਿਆਂ ਤੋਂ ਛੋਟੇ ਪੁੱਤਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਿੰਦੇ ਪਏ ਨੇ। ਪ੍ਰਿਥੀ ਚੰਦ ਜਿਹੜਾ ਸੀ ਉਹ ਸਾਰਿਆਂ ਤੋਂ ਵੱਡਾ ਸੀ, ਪਰ ਉਹਨੇ ਵਿਰੋਧ ਕੀਤਾ। ਕਹਿੰਦਾ ਮੈਂ ਵੱਡਾ ਹਾਂ, ਮੈਂ ਸਾਰਾ ਪ੍ਰਬੰਧ ਦੇਖਦਾ ਹਾਂ, ਇਹ ਗੱਦੀ, ਇਹ ਪੱਗ ਜਿਹੜੀ ਹੈ ਮੈਨੂੰ ਮਿਲਣੀ ਚਾਹੀਦੀ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਹੱਥ ਦੇ ਵਿੱਚੋਂ ਉਹਨਾਂ ਨੇ ਪੱਗ ਵੀ ਖੋਹੀ। ਗੁਰਬਾਣੀ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਨੇ, ਸਤਿਗੁਰੂ ਮਹਾਰਾਜ ਨੇ ਕਿਹਾ ਸੀ ਕਿ ਪੂਤ ਕਾਹੇ ਝਗਰਤ ਹੋ ਸੰਗ ਬਾਪ, ਜਿਨਕੇ ਜਨੇ ਵਡੀਰੇ ਤੁਮ ਹੋ ਤਿਨ ਸੋ ਝਗਰਤ ਪਾਪ। ਉੱਥੇ ਜ਼ਿਕਰ ਕੀਤਾ ਸਤਿਗੁਰੂ ਮਹਾਰਾਜ ਕਿ ਪ੍ਰਿਥੀ ਚੰਦ ਪੱਗ ਦੇ ਵਾਸਤੇ, ਗੱਦੀ ਦੇ ਵਾਸਤੇ ਝਗੜਾ ਵੀ ਕਰਦਾ ਪਿਆ ਹੈ। ਸਮਾਂ ਬਦਲਿਆ, ਸਿੱਖ ਸੰਗਤ ਨੂੰ ਪਤਾ ਲੱਗਿਆ ਕਿ ਜਿਹੜੇ ਗੁਰਤਾ ਗੱਦੀ ਦੇ ਮਾਲਕ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ। ਹੁਣ ਮਨ ਦੇ ਵਿੱਚ ਇਹਦੇ ਬਹੁਤ ਸਾਰੀ ਈਰਖਾ ਹੈ ਕਿ ਕਿਸੇ ਤਰੀਕੇ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੈਂ ਮੁਕਾ ਦੇਵਾਂ ਤੇ ਇਸ ਗੱਦੀ ਦਾ ਇਸ ਮਾਲਕ ਮੈਂ ਬਣ ਜਾਵਾਂ। ਇਹਨੇ ਹੀਲੇ ਵਸੀਲੇ ਕੀਤੇ, ਪਹਿਲਾਂ ਸੁਰਬੀ ਖਾਨ, ਫਿਰ ਸੁਲਹੀ ਖਾਨ, ਇਹਨਾਂ ਦੋਨਾਂ ਨੂੰ ਇਹਨੇ ਜਾ ਕੇ ਪੈਸੇ ਵੀ ਦਿੱਤੇ ਤੇ ਇਹਨਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਉੱਪਰ ਚੜ੍ਹਾਈ ਕਰਨ ਵਾਸਤੇ ਕਿਹਾ। ਕਹਿਣ ਲੱਗਾ ਜੇਕਰ ਸੁਲਹੀ ਖਾਨ ਤੂੰ ਮੇਰੇ ਭਰਾ ਨੂੰ ਕਤਲ ਕਰ ਦੇਵੇਂ, ਗੁਰੂ ਅਰਜਨ ਦੇਵ ਮਹਾਰਾਜ ਨੂੰ ਕਤਲ ਕਰ ਦੇ, ਮੈਂ ਗੱਦੀ 'ਤੇ ਬੈਠ ਜਾਵਾਂਗਾ ਤੇ ਜਿਤਨਾ ਤੂੰ ਧਨ ਕਹੇਗਾ ਮੈਂ ਤੈਨੂੰ ਦੇ ਦੇਵਾਂਗਾ। ਸੁਲਹੀ ਖਾਂ ਫੌਜ ਲੈ ਕੇ ਆਉਂਦਾ ਹੈ। ਸਤਿਗੁਰੂ ਮਹਾਰਾਜ ਨੂੰ ਸਿੱਖਾਂ ਨੇ ਉਸ ਵੇਲੇ ਕਿਹਾ ਵੀ, ਕਹਿਣ ਲੱਗੇ ਸਤਿਗੁਰੂ ਮਹਾਰਾਜ ਕੋਈ ਹੀਲਾ, ਕੋਈ ਆਪਾਂ ਵੀ ਪ੍ਰਬੰਧ ਕਰ ਲਈਏ। ਜਿਹੜੇ ਸ਼ਬਦ ਗੁਰਬਾਣੀ 'ਚ ਮਿਲਦੇ ਨੇ, ਸਤਿਗੁਰੂ ਮਹਾਰਾਜ ਨੂੰ ਸਿੱਖ ਕਹਿੰਦੇ ਨੇ ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਆ ਮਤਾ ਦੇ ਮਾਨਕ ਪਹੁੰਚਾਵੋ, ਤ੍ਰਿਤੀਆ ਮਤਾ ਕਛ ਕਰੋ ਉਪਾਇਆ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ। ਕਹਿੰਦੇ ਮੈਨੂੰ ਕਿਹਾ ਗਿਆ ਕਿ ਕੋਈ 2 ਬੰਦੇ ਸਲਾਹ ਕਰਨ ਵਾਸਤੇ ਭੇਜ ਦਈਏ, ਉਹਨੂੰ ਕਹਿ ਦਈਏ 2 ਤੁਸੀਂ ਅੱਖਰ ਲਿਖ ਕੇ ਭੇਜ ਦੇਵੋ, ਜੇ ਨਹੀਂ ਤਾਂ ਸਤਿਗੁਰੂ ਮਹਾਰਾਜ ਆਪਾਂ ਵੀ ਕੋਈ ਹੀਲਾ ਵਸੀਲਾ ਕਰ ਲਈਏ। ਪਰ ਸਤਿਗੁਰੂ ਮਹਾਰਾਜ ਕਹਿੰਦੇ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਧਿਆਇਆ। ਕਹਿੰਦੇ ਹੇਰ ਪਿੰਡ ਦੇ ਵਿੱਚ ਇਹਦੇ ਭੱਠੇ ਸੀ ਪ੍ਰਿਥੀ ਚੰਦ ਦੇ। ਸੁਲਹੀ ਖਾਂ ਆਇਆ ਤੇ ਇਹਨੇ ਆਪਣੀ ਜਾਇਦਾਦ ਦਿਖਾਉਣ ਦੇ ਵਾਸਤੇ ਉਹਨੂੰ ਭੱਠਿਆਂ 'ਤੇ ਲੈ ਕੇ ਗਿਆ। ਕਹਿੰਦਾ ਆ ਸਾਰੀ ਜ਼ਮੀਨ ਮੇਰੀ ਹੈ, ਆ ਇੱਟਾਂ ਦੇ ਭੱਠੇ ਮੇਰੇ ਨੇ, ਮੇਰਾ ਕੰਮਕਾਰ ਤੁਸੀਂ ਦੇਖੋ। ਤੇ ਉਹ ਦੇਖ ਕੇ ਬੜਾ ਖੁਸ਼ ਹੁੰਦਾ ਪਿਆ ਸੀ ਕਿ ਇਹਦੇ ਕੋਲ ਪੈਸਾ ਬਹੁਤ ਹੈ, ਤੇ ਜੇ ਮੈਂ ਸੱਚੀ ਮੁੱਚੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਤਲ ਕਰਦਾ, ਫੜ ਕੇ ਲੈ ਜਾਵਾਂ, ਤੇ ਕਹਿੰਦੇ ਮੈਂ ਇਹਦੇ ਤੋਂ ਪੈਸਾ ਚੋਖਾ ਲੈ ਸਕਦਾ ਹੈ। ਕਹਿੰਦੇ ਅੱਗ ਦਾ ਇੱਕਦਮ ਭੰਬਾਕਾ ਨਿਕਲਿਆ, ਇੱਕਦਮ ਅੱਗ ਦੇ ਵਿੱਚੋਂ ਲਾਟ ਨਿਕਲੀ। ਘੋੜੇ ਦੇ ਉੱਤੇ ਸੁਲਹੀ ਖਾਂ ਚੜ੍ਹਿਆ ਸੀ
घोड़ा डर गया तो घोड़े सने ही सुलही खां जिहड़ा सी पैर रकाब दे विच फसदा है तो कहंदे सुलही खां उस अग दे भट्ठे दे विच जाके डिग पिया तो कहन लगे उसकी मौत हो गई। तो गुरु अर्जन देव महाराज नूं जिस वेले पता लग्या, सतगुरु महाराज ने कहा नहीं ये मैं नहीं, ये तो परमात्मा की करामात है, ये तो परमात्मा की कृपा है कि सुलही ते नारायण राख, सुलही का हाथ कहीं ना पहुँचे, सुलही मुआ होए नापाक। कहते वो नापाक हो के सुलही खां जिहड़ा सी वो मर गया है। सतगुरु गुरु अर्जन देव महाराज पातशाह जी फिर उन्हें होर भी कई हीले वसीले किए। इहदे विच एक कारण होर वरतिया। असी आम चुटकले पढ़ते हैं, असी आम जोक पढ़ते हैं अकबर ते बीरबल दे। बीरबल जिहड़ा है वो जोधाबाई दे नाल दहेज दे विच एक भेजिया होया पंडित सी जिंदा नाम सी महेश दास। ये फिर मुसलमान बन गया तो इनका नाम बीरबल हो गया, पहला नाम इनका महेश दास है। कहते उन्होंने भी जाके चुकना दी गई, उन्होंने भी जाके पृथ्वी चंद ने कहा। तो कहते वो एक बारी आया भी अमृतसर, गुरु अर्जन देव महाराज को धमकी भी दे के गया सी, कहते आ दुकान झूठ की बंद ना की। तो कहते मैं चलिया है मुहिम के उपर, तो कहते मैं आउंदिया नहीं तो तुहानूं सोध देवांगा। गुरु अर्जन देव महाराज पातशाह ने कहा सी, कहते जो वापस आएगा उस वेले देख लांगे। कहते उत्थे सैयदा ने उन्होंने मार दिता, वो वापस परत के नहीं आया। इत्थे ही कहते एक कारण होर बनया। चंदू जिहड़ा सी वो अपनी बच्ची का रिश्ता भेजदा है तो रिश्ता करन वाला जिहड़ा सी गुरु अर्जन देव महाराज पातशाह जी के सपुत्र धन गुरु हरगोबिंद साहब महाराज नाल रिश्ता करके गया। वापस जदों गया तो चंदू नूं जदों पता लग्या कि गुरु अर्जन देव महाराज के पुत्र नाल रिश्ता किया है, उन्हें शब्द इस तरह के कौड़े कहन लगा, जा ओए चुबारे की इट जिहड़ी सी वो खूह की मोरी नूं ला आया है। जदों ये शब्द किसी ने उत्थे दिल्ली दे विच संगत ने सुन लए, उन्होंने चिट्ठी लिख के सतगुरु गुरु अर्जन देव महाराज नूं कहा सी, कहन लगे सतगुरु महाराज चंदू की बच्ची का रिश्ता नहीं तुसी करना, ये संगत की तुहानूं सतगुरु महाराज तजवीज़ है, ये संगत की तुहानूं बेनती है। तो सतगुरु महाराज कहते नहीं संगत की बेनती नहीं, संगत का तो मैं हुक्म मानता हाँ। सतगुरु महाराज ने रिश्ता मोड़ दिता। उस वेले फिर चंदू ने कहा सी, धमकियां भी भेजियां। गुरप्रताप सूरज ग्रंथ के विच लंबी चौड़ी गाथा लिखी। उन्हें क्या देख जे तो तू रिश्ता लै लिया, मैं देख जिहड़ा जहांगीर के दरबार के विच मेरा बड़ा वड्डा रुतबा है, मेरी उत्थे चलदी है, मैं तेरा लाभ बड़ा करवा देवांगा, तेरे वाले हुकूमत कदी तकेगी भी नहीं। पर जेकर तू मेरी लड़की का बच्ची का रिश्ता मोड़ दिता, ये मेरी बड़ी वड्डी बेइज्जती है। पर कहते मैं इस बेइज्जती को सहार नहीं सकता, मैं तेरे तो बदला लवांगा, तेरा खानदान मिटा के रख देवांगा। इन्हें चिट्ठियां लिखियां तो बार बार जिहड़ा सी गुरु अर्जन देव महाराज नूं भेजियां। दूसरा कारण ये बनया। तीसरा कारण जदों तुसी तरनताਰਨ साहब जाते हो तो पखोके दे लागे एक पिंड है जिथे एक कबर है, तो वह कबर है शेख फत्ता कहा जाता है। उन्हों साडे आम सिख वीर जिहड़े ने उत्थे जाके खीर चढ़ाउंदे ने, जदों मझ गावां सुंदियां ने तो खीर लैके जाते हैं। तो कहानी उस दे नाले जोड़ दी कि ये शेख फत्ता जिहड़ा सी गुरु अर्जन देव महाराज पातशाह जी का सिख सी। एक दिन खीर मुक गई तो ये मगरों आया, मझां चारिया करदा सी, रुस के चले गया, कहन लगा जी मैनूं खीर नहीं मिली। तो सतगुरु महाराज ने कहा सी, जा फत्या तेरे खीर इन्नी चढ़िया करेगी तेरे कुत्ते भी नहीं खाया करनगे। पर असल दे विच कहंदे ये साखी जोड़ी गई। ये जिहड़ा शेख फत्ता है ये नक्शबंदियां दे विचों है। एक सरहंद दे विच बैठा होया जिन्हों कहंदे सी शेख अहमद सरहंदी, जिन्हों अपने आप नूं कहंदा सी कि मैं 1000 साल बाद कौम का रहबर जिहड़ा पैदा हुंदा है मैं वो हाँ। सतगुरु महाराज पातशाह के खिलाफ दे विच ये जिहड़ा शेख फत्ता है ये चिट्ठी लिखदा है शेख अहमद सरहंदी नूं, कहन लगा जी गुरु अर्जन देव जिहड़े ने, उन्हें शब्द वैसे अर्जन देव वरत्या है। अर्जन कहन लगा ये हिंदुआं दा गुरु कुछ भोले भाले मुसलमानां ते कुछ मूर्ख हिंदुआं नूं अपने पिछे ला के ते अपनी सिੱਖੀ दे विच शामिल करदा है। इंदी आ झूठ दी जिहड़ी दुकान है ये बंद कर देनी चाहिदी है। कहते वो जिहड़ा शेख अहमद सरहंदी सी फिर उनका अगों मित्र सी शेख फरीद बुखारी। वो शेख फरीद बुखारी जिहड़ा सी वो जहांगीर के दरबार दे विच एक उच्चे अहुदे ते बैठा होया है।
ਤੇ ਜਿਹਨੂੰ ਖਿਤਾਬ ਵੀ ਦਿੱਤਾ ਗਿਆ ਸੀ ਮੁਰਤਜ਼ਾ ਖਾਨ ਦਾ। ਇਸਲਾਮ ਧਰਮ ਦੇ ਵਿੱਚ ਦੋ ਬੰਦਿਆਂ ਨੂੰ ਮੁਰਤਜ਼ਾ ਖਾਨ ਦਾ ਖਿਤਾਬ ਦਿੱਤਾ ਗਿਆ। ਇੱਕ ਤਾਂ ਹਜ਼ਰਤ ਅਲੀ ਨੂੰ ਦਿੱਤਾ ਗਿਆ ਜਿਹੜਾ ਮੁਹੰਮਦ ਸਾਹਿਬ ਦਾ ਭਣੇਵਾਂ ਸੀ, ਤੇ ਦੂਸਰਾ ਜਿਹੜਾ ਸੀ ਇਹ ਸ਼ੇਖ ਫਰੀਦ ਬੁਖਾਰੀ ਨੂੰ ਦਿੱਤਾ ਗਿਆ। ਸਤਿਗੁਰ ਮਹਾਰਾਜ ਪਾਤਸ਼ਾਹ ਦੇ ਖਿਲਾਫ ਇਹਨੇ ਫਿਰ ਰੱਜ ਕੇ ਜਹਾਂਗੀਰ ਦੇ ਕੰਨ ਭਰੇ। ਇਸੇ ਸਮੇਂ ਦੇ ਦੌਰਾਨ ਜਹਾਂਗੀਰ ਦਾ ਜਿਹੜਾ ਪੁੱਤਰ ਸੀ ਤੇ ਕਹਿੰਦੇ ਉਹਨੇ ਬਗਾਵਤ ਛੇੜ ਦਿੱਤੀ। ਉਹਨੇ ਕੁਝ ਸਿਪਾਹੀ ਨਾਲ ਲੈ ਲਏ ਤੇ ਸਿਪਾਹੀ ਲੈ ਕਰਕੇ ਉਹ ਜਿਹੜਾ ਸੀ ਲਾਹੌਰ ਦੇ ਤਖਤ ਦੇ ਉੱਪਰ ਕਬਜ਼ਾ ਕਰਨ ਵਾਸਤੇ ਚੱਲ ਪਿਆ। ਹੁਣ ਜਦੋਂ ਉਹ ਲਾਹੌਰ ਨੂੰ ਚੱਲਿਆ ਤੇ ਰਸਤੇ ਦੇ ਵਿੱਚ ਜਿਹੜਾ ਸੀ ਗੋਂਦਵਾਲ ਦਾ ਦਰਿਆ ਸੀ, ਕਹਿੰਦੇ ਇਹ ਜਿਹੜਾ ਸੀ ਇੱਥੋਂ ਦਾ ਰਾਹ ਸੀ ਕਿ ਲਾਹੌਰ ਤੋਂ ਜਦੋਂ ਦਿੱਲੀ ਤੋਂ ਜਾਇਆ ਜਾਂਦਾ ਸੀ ਤੇ ਸਤਲੁਜ ਦਾ ਜਿਹੜਾ ਪਤਨ ਸੀ ਬਿਆਸ ਦਰਿਆ ਦਾ, ਇਹ ਬਿਆਸਾ ਤੋਂ ਪਾਰ ਕੀਤਾ ਜਾਂਦਾ। ਹੁਣ ਸਤਿਗੁਰ ਮਹਾਰਾਜ ਪਾਤਸ਼ਾਹ ਦੇ ਖਿਲਾਫ ਇਹ ਵੀ ਕਿਹਾ ਗਿਆ ਕਿ ਤੁਸੀਂ ਮੇਰੇ ਪੁੱਤਰ ਦੀ ਮਦਦ ਕੀਤੀ ਹੈ, ਤੁਸੀਂ ਮੇਰੇ ਪੁੱਤਰ ਦੇ ਵਾਸਤੇ ਅਰਦਾਸ ਕੀਤੀ, ਉਹਨੂੰ ਤੁਸੀਂ ਤਿਲਕ ਦਿੱਤਾ ਹੈ ਕਿ ਜਾਂ ਤੇਰੀ ਵਿਜੇ ਹੋਵੇਗੀ। ਕਹਿਣ ਲੱਗੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਜਦੋਂ ਕਹਿੰਦੇ ਜਹਾਂਗੀਰ ਨੇ ਉਹ ਮਦਦ ਕਰਨ ਵਾਲੇ ਜਿਹੜੇ ਸੀ ਉਹਨਾਂ ਸਾਰਿਆਂ ਨੂੰ ਕਤਲ ਕੀਤਾ। ਆਪਣੇ ਪੁੱਤਰ ਦੀਆਂ ਅੱਖਾਂ ਦੇ ਵਿੱਚ ਕਹਿੰਦੇ ਸੀ ਉਹਨੇ ਗਰਮ ਜਿਹੜਾ ਸੀ ਪਾਰਾ ਪਾ ਦਿੱਤਾ, ਪੁੱਤਰ ਨੂੰ ਅੰਨ੍ਹਿਆ ਕਰ ਦਿੱਤਾ ਤੇ ਇਸ ਦਾ ਪੁੱਤਰ ਜਿਹੜਾ ਸੀ ਉਹ 40 ਕੁ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਕਹਿੰਦੇ ਉਸ ਵੇਲੇ ਜਿਹੜਾ ਸੀ ਕਹਿੰਦੇ ਜਿਹੜਾ ਮੁਰਤਜ਼ਾ ਖਾਂ ਹੈ ਜਿਹੜਾ ਉਸ ਵੇਲੇ ਜਹਾਂਗੀਰ ਦੇ ਦਰਬਾਰ ਦੇ ਵਿੱਚ ਉੱਚੇ ਅਹੁਦੇ 'ਤੇ ਬੈਠਾ ਹੋਇਆ ਹੈ, ਕਹਿੰਦੇ ਉਹਨੇ ਕੰਨ ਭਰੇ ਕਹਿਣ ਲੱਗਾ ਹੇ ਬਾਦਸ਼ਾਹ ਸਲਾਮਤ, ਕਹਿੰਦੇ ਅਸੀਂ ਤੇਰੇ ਪੁੱਤਰ ਦੇ ਜਿੰਨੇ ਵੀ ਹਮਾਇਤੀ ਸਨ ਹੁਮਾਯੂੰ ਦੇ, ਕਹਿੰਦੇ ਉਹਨਾਂ ਸਾਰਿਆਂ ਨੂੰ ਅਸੀਂ ਮਾਰ ਦਿੱਤਾ ਹੈ। ਕਹਿਣ ਲੱਗੇ ਪਰ ਉਹਨਾਂ 'ਚੋਂ ਇੱਕ ਬਚ ਗਿਆ। ਕਹਿੰਦੇ ਕੌਣ ਬਚਿਆ ਏ? ਕਹਿਣ ਲੱਗੇ ਜਿਹੜਾ ਸਿੱਖਾਂ ਦਾ ਪੰਜਵਾਂ ਗੁਰੂ ਏ ਅਰਜਨ ਦੇਵ, ਉਹ ਬਚ ਗਿਆ ਹੈ। ਹੁਣ ਕਹਿੰਦੇ ਜਿਸ ਵੇਲੇ ਸਤਿਗੁਰੂ ਮਹਾਰਾਜ ਜੀ ਦੇ ਖਿਲਾਫ ਉਹਨੇ ਕੰਨ ਭਰੇ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਫੜਨ ਦਾ ਜਿਹੜਾ ਸੀ ਫਰਮਾਨ ਜਾਰੀ ਹੋ ਗਿਆ। ਨਾਲ ਹੀ ਜਹਾਂਗੀਰ ਨੇ ਇਹ ਵੀ ਕਹਿ ਦਿੱਤਾ ਸੀ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਿੰਨੀ ਜਾਇਦਾਦ ਹੈ ਉਹਨੂੰ ਵੀ ਜ਼ਬਤ ਕਰ ਲਿਆ ਜਾਵੇ, ਉਹਦੇ ਪਰਿਵਾਰ ਨੂੰ ਵੀ ਫੜ ਕੇ ਕਤਲ ਕਰ ਦਿੱਤਾ ਜਾਵੇ। ਤੇ ਕਹਿੰਦੇ ਪਰ ਹੋਇਆ ਇਸ ਤਰ੍ਹਾਂ ਨਹੀਂ, ਕੇਵਲ ਗੁਰੂ ਅਰਜਨ ਦੇਵ ਮਹਾਰਾਜ ਨੂੰ ਫੜਿਆ ਗਿਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਫੜਨ ਵਾਸਤੇ ਜਿਸ ਵੇਲੇ ਫੌਜ ਉੱਧਰੋਂ ਚੱਲਦੀ ਏ, ਉੱਧਰੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ 1604 'ਚ ਕਰਵਾ ਦਿੰਦੇ ਨੇ, ਹਰਿਮੰਦਰ ਸਾਹਿਬ ਪ੍ਰਕਾਸ਼ ਕਰਵਾ ਦਿੰਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਆਪਣੇ ਸਪੁੱਤਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਬੁਲਾਉਂਦੇ ਨੇ, ਗੁਰਤਾ ਗੱਦੀ ਦਾ ਤਿਲਕ ਦਿੰਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਹਰਿਮੰਦਰ ਸਾਹਿਬ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪਰਿਕਰਮਾ ਕਰਕੇ ਮਾਤਾ ਗੰਗਾ ਜੀ, ਆਪਣੇ ਸਪੁੱਤਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਤੇ ਹੋਰ ਬਹੁਤ ਸਾਰੀ ਸੰਗਤ ਉੱਥੇ ਹੈ। ਸੰਗਤ ਦੇ ਮਨ ਦੇ ਵਿੱਚ ਵਰਲਾਪ ਹੈ ਕਿ ਸਤਿਗੁਰੂ ਮਹਾਰਾਜ ਤੁਹਾਡੇ ਦਰਸ਼ਨ, ਤੁਸੀਂ ਚੱਲੇ ਹੋ, ਅਸੀਂ ਤੁਹਾਡੇ ਨਾਲ ਚੱਲਾਂਗੇ। ਸਤਿਗੁਰੂ ਮਹਾਰਾਜ ਨੇ ਕਿਹਾ ਸੀ ਨਹੀਂ, ਅਸੀਂ ਉੱਥੇ ਭਾਣਾ ਵਰਤਾਉਣ ਚੱਲੇ ਹਾਂ, ਉਹਨਾਂ ਨੇ ਹੁਜਤ ਕਰਨੀ ਹੈ ਤੇ ਅਸੀਂ ਸਰੀਰ ਦਾ ਠਿਕਰਾਪਨ ਦੇਣਾ ਹੈ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਕਿਹਾ ਸੀ, ਕਹਿਣ ਲੱਗੇ ਕੋਈ ਵੀ ਕਾਰਜ ਕਰਨਾ ਹੋਵੇ, ਬਾਬਾ ਬੁੱਢਾ ਸਾਹਿਬ ਜੀ ਵੱਲੇ ਇਸ਼ਾਰਾ ਕਰਕੇ ਕਿਹਾ ਸੀ ਕਿ ਇਹ ਆਦਿ ਸਿੱਖ ਨੇ, ਇਹਨਾਂ ਦੀ ਸਲਾਹ ਤੋਂ ਬਗੈਰ ਨਹੀਂ ਕਰਨਾ। ਗੁਰੂ ਅਰਜਨ ਦੇਵ ਮਹਾਰਾਜ ਨੇ 5 ਸਿੰਘ ਲਏ ਨੇ, ਉਹਨਾਂ ਦੇ ਵਿੱਚ ਬਾਬਾ ਬਿਧੀ ਚੰਦ ਸਾਹਿਬ ਜੀ, ਭਾਈ ਪਰਾਨਾ ਜੀ, ਭਾਈ ਪਰਾਗਾ ਜੀ, ਭਾਈ ਜੇਠਾ ਜੀ ਤੇ ਭਾਈ ਲੰਗਾਹ ਜੀ, ਇਹ 5 ਸਿੱਖ ਨੇ। ਇਹ 5 ਸਿੱਖ ਗਏ, ਸਤਿਗੁਰੂ ਮਹਾਰਾਜ ਨੂੰ ਫੜਿਆ ਗਿਆ, ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ। ਹੁਣ ਸਤਿਗੁਰੂ ਮਹਾਰਾਜ ਨੂੰ ਸ਼ਹੀਦਾਂ ਦੇ ਸਰਤਾਜ ਕਿਉਂ ਆਖਦੇ ਨੇ? ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਅੱਗੇ ਨਾ ਕੁਝ ਆਪਸ਼ਨ ਰੱਖ ਦਿੱਤੀਆਂ ਗਈਆਂ ਕਿ ਦੇਖੋ, ਕਹਿਣ ਲੱਗੇ ਤੁਸੀਂ ਮੇਰੇ ਪੁੱਤਰ ਖੁਸਰੋ ਦੀ ਮਦਦ ਕੀਤੀ ਹੈ, ਹੁਣ ਤੁਸੀਂ ਉਹਨੂੰ 1 ਲੱਖ ਰੁਪਈਆ ਖੁਸਰੋ ਨੂੰ ਮਦਦ ਵਾਸਤੇ ਵੀ ਦੇ ਦਿੱਤਾ, ਤੇ ਕਹਿਣ ਲੱਗੇ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਨੂੰ ਛੱਡ ਦਈਏ, 1 ਲੱਖ ਤੁਸੀਂ ਮੇਰੇ ਪੁੱਤਰ ਨੂੰ ਦਿੱਤਾ ਸੀ, 2 ਲੱਖ ਜੇਕਰ ਤੁਸੀਂ ਜੁਰਮਾਨਾ ਦੇ ਦਿਓ ਤੇ ਤੁਹਾਨੂੰ ਛੱਡ ਦਿੰਦੇ ਹਾਂ।
गुरु अर्जन देव महाराज पातशाह ने कहा कि ये संगत की माया है तो संगत वास्ते तो वरती जा सकती है। कहते जदों लाहौर दे विच काल पिया सी, कई लख जिहड़े सी मैं लाहौर दे विच ला के गया, उत्थे गरीबां की मदद की, उत्थे खूह लवाए, बौलियां बनवाइयां, पर कहते संगत की माया जिहड़ी है ये जुर्माने भरन वास्ते नहीं। उन्हें कहा कि तुसी मेरे पुत्र खुसरो नूं प्रशादा छकाया। हालांकि इतिहास कहता पाया कि गुरु अर्जन देव महाराज पातशाह जिस वेले खुसरो ने ब्यास दरिया पार किया सी, गुरु अर्जन देव महाराज उस वेले तरनतारन साहिब सेवा कराउंदे पए सी। गुरु अर्जन देव महाराज उन्होंने मिले ही नहीं, पर गुरु अर्जन देव महाराज ने कहा सी, कह लगे एक गुरु का लंगर है, देख तेरा बाप अकबर भी इत्थे आके संगत विच बैठ के प्रशादा छकदा रहा है, तो कहते जे तेरा पुत्र छक के गया होवे तो असीं उन्होंने की कह सकते सन। उन्हें फिर कुछ होर गल्लां कहियां, कह लगा आ जिहड़ा तुसीं ग्रंथ लिखिया है, इस ग्रंथ दे विच कुछ साडे मुताबक कुछ शब्द विच भर देवो, साडे मुताबक मुहम्मद साहब की तुसीं उस्तत लिख देवो, तुसीं इस्लाम धर्म की इहदे विच निंदिया कीती है। सतगुरु महाराज कहंदे तुसीं केवल सुनिया है कि इहदे विच निंदिया लिखी है, पर कहंदे इहनूं पढ़ के देखो। बाबा फरीद साहब के बचन कहंदे पए ने कि उठ फरीदा उजू साज सुबह निवाज गुजार। सतगुरु महाराज कहंदे जे तुसीं पढ़िया हुंदा ते तुहानूं इह निंदिया नहीं सी लगनी। सतगुरु महाराज ने क्या कह लगे, फिर तीसरा तुहाडे वास्ते है कि जेकर तुसी ये कुछ नहीं कर सकते फिर तुहानूं मुसलमान तुहानूं बनना पवेगा। गुरु अर्जन देव महाराज पातशाह ने क्या कह लगे, तुहाडा धर्म तुहानूं कबूल, साडा सानूं प्रवान। कहते जबरी ना तो असी धर्म बदलते हैं तो ना असी किसी नूं बदलण वास्ते कहने हैं। गुरु अर्जन देव महाराज पातशाह देखो अज हरेक माँ चाहती है कि मैं अपने बच्चे नूं जिहड़ी खुराक खवावां उहदे विच किसी किस्म की मिलावट ना होवे। तो गुरु अर्जन देव महाराज पातशाह जिहड़ा भोजन सानू दे के गए ने कि थाल विच तिन वस्तु पइओ, सत संतोख विचारो, अमृत नाम ठाकुर का पयो, जिसका सब आधारो। अज असी जिहड़े एक ग्रंथ ते पंथ की गल करते हैं, जे गुरु अर्जन देव महाराज पातशाह जे शब्द वरतते पे हैं कि जे गुरु अर्जन देव महाराज पातशाह उस वेले उन्हां दे कहे मुताबिक कोई एक शब्द भी इस गुरु ग्रंथ साहिब महाराज विच दर्ज कर दे, अज असी इनू ये नहीं सी कहना कि ये तुर्की बानी है, असी कहना सी ये किसी व्यक्ति की उस्तत लिखी गई। जे गुरु अर्जन देव महाराज पातशाह इस्लाम कबूल कर लेंदे फिर सिੱਖੀ कित्थों रह जानी सी। सतगुरु महाराज ने ग्रंथ भी साडा बचा दिता, सतगुरु ने पंथ भी बचा दिता। तो कहते अखीर ते फिर जहांगीर ने कहा सी, कहते फिर मरण लई तैयार हो जाओ। सतगुरु गुरु अर्जन देव महाराज के खिलाफ फतवा जारी किया गया। गुरु अर्जन देव महाराज को यासावाद का कानून सी 1218 दे विच कहंदे तैमूर ने वो जिहड़ा सी चंगेज़ खान ने एक कानून बनाया। उन्हां दे धर्म दे विच संतां नूं बिक्की कहा जांदा सी। कहण लगे जिहड़ा संत होवे, जिहड़ा भगत होवे, जिहड़ा नाम जपण वाला होवे, जेकर उनका खून जमीन ते डिग पवे उसके खून चो कई आत्मा पैदा होंदियां ने जिहड़ियां कबीले नूं तंग करदियां ने। चंगेज़ खान ने फिर कानून एक बना दिता जिंदे च सजावां लिखियां सी कि जिन्हां च खून ना डुले, जिवें दब के मार देना, गला घुट के मार देना, फाह दे के मार देना, देग च उबाल देना, अग दे उपर बिठा के साड़ देना, जिंदे च खून जमीन ते नहीं सी डुलदा। इस तरह दी कई सजावां कह लगे गुरु अर्जन देव महाराज पातशाह जी वास्ते वो यासावाद के कानून की सज़ा सुना दी। ये चंगेज़ खान तो तैमूर, तैमूर तो बाबर, बाबर तो गां चलदा होया जहांगीर तक रे कानून की किताब इन्हां कोल पहुँची। सतगुरु गुरु अर्जन देव महाराज वास्ते असी 3 दिन के तसीहियां की गल करते हैं, पर असल च गुरु अर्जन देव महाराज पातशाह जी नूं 5 दिन तसीहे दिते गए। उत्थे जिहड़ा चंदू बैठा होया, जिहड़ा अपने मन दे विच अथाह नफरत रखदा पिया है गुरु अर्जन देव महाराज पातशाह वास्ते कि इन्हां ने मेरी बच्ची का रिश्ता मोड़ दिता। कह लगे उन्हें क्या कहन लगा जी बादशाह सलामत, तुसी तां मारना तो है ही गुरु अर्जन नूं, पर जेकर तुसी कृपा करो मैं भी बदला लैना है, जे तुसी कृपा कर दे तो ये काम जिहड़ा है मैं कर देवां।
मैं संखेप दे विच बेनती करा। कह लगे उन्होंने हवाला दे दिता गुरु अर्जन देव महाराज पातशाह जी नूं एक हवेली दे विच बंद किया। वो जिहड़े 5 सिख नाल गए ने उन्होंने वखरियां बंद कर दिता। ते कहंदे चंदू जिहड़ा सी वो गुरु अर्जन देव महाराज जी दे कोल अजे भी धमकियां दिंदा है। कह लगा जे अज भी तू मेरी बच्ची का रिश्ता प्रवान कर ले, जिन्ना जुर्माना तेनों किया गया मैं दुगना दे के तेनों बचा लवांगा। गुरु अर्जन देव महाराज पातशाह ने इनकार कर दिता। हुण चंदू इन्ना तप चुका है। चंदू ने जान लग्या सिपाहियां नूं कह के गया सी, कह लगा जे 1 लाख रुपया गुरु अर्जन देव महाराज देन फिर इन्हां नूं प्रशादा देना, जे 1 लाख रुपया देन फिर इन्हां नूं पानी पीण वास्ते दे देना, जे किते इन्हां नूं नींद आवे इन्हां नूं सौण ना दिओ, जे 1 लाख रुपया मैनूं देणगे तां इन्हां नूं सौण देना है। देखो जून का महीना है, हाड़ का महीना चलिया। कह लगे इस महीने दे विच गर्मी कितनी है। सतगुरु गुरु अर्जन देव महाराज पातशाह जी नूं 3 दिन भुखियां प्यासियां ते नींद दे विच रखिया गया। सतगुरु महाराज नूं ना तो सौण दिता गया, ना ही खाण नूं दिता गया, ना ही पीण नूं दिता गया। पर गुरु अर्जन देव महाराज फिर भी शांत ने। सतगुरु महाराज जी की बाणी कह लगे जे भुख देह तुझे आराधी दुख भी तुझे ध्याई, जे भुख देह तां इत ही राजा दुख विच सुख मनाई। जे हे परमात्मा जे तू राज दे दवे तां भी मैं तेरा शुकराना करदा है, तो जे तू मैनूं भुखियां रख के मैनूं दुख दे दवे तां भी मैं तेरा शुकराना करदा है। सतगुरु महाराज नूं फिर चौथे दिन कहंदे जमीन दे विच टोआ पुट के ते लकड़ा रख के उपर लोह रख के उन्होंने लाल किया गया। गुरु अर्जन देव महाराज पातशाह जी नूं कहण लगे, उस वेले उन्होंने कहा कि इस लोह दे उपर बैठना है। सतगुरु महाराज पातशाह लोह दे उपर बैठे। गुरु अर्जन देव महाराज जी का देखो हुण असी शरीर नूं देखदे हां ते देखो सिੱਖੀ दे नाल अग दा रिश्ता कैसा है। सिੱਖੀ दे नाल अग दा रिश्ता किवें दा। अज सानू वो 3 शहर जिहड़े ने कदी नहीं भुलते। एक तो लाहौर कदी नहीं भुलना जिथे गुरु अर्जन देव महाराज ने शहादत दी, एक दिल्ली कदी नहीं भुलता जिथे गुरु तेग बहादुर महाराज शहादत देंदे ने, ते एक सरहंद कदी नहीं भुलनी जिथे गुरु गोबिंद सिंह महाराज पातशाह जी के सपुत्रा ने शहादत दी। सतगुरु महाराज नूं तत्ती तवी ते बिठाउंदे ने ते अग दा रिश्ता भी सिखां दे नाल देखो किन्ना पुराना। जे भाई तारू पोपट जे किसी की मदद करता है उन्होंने चुक के अग दे विच सुट्टदे ने। गुरु अर्जन देव महाराज शांति दे पुंज जेकर गीत भगती दे गाउंदे ने उन्होंने तत्ती तवी ते बिठाउंदे ने। ते जेकर सिੱਖੀ सर्ब सांझीवालता की गल कर दईए तो कदी तो उन्होंने तख्त ते टैंक चढ़ाए जाते हैं, तोपां चढ़ाइयां जांदियां, गोले चलाए जाते हैं, तो कदे दिल्ली दे विच टायर पा के पेट्रोल पा के ते सिੱਖਾਂ नूं साड़िया जाता है। सिੱਖੀ दे नाल अग दा रिश्ता अज दा नहीं, ये तो पुराना। कदी तो जंडां दे नाल बन के साड़ देंदे ने, कदी टायर पा के साड़दे, कदी पेट्रोल दे नाल। धन गुरु अर्जन देव महाराज पातशाह जी का ये किवें हो सकता है कि उन्हां दे शरीर नूं रखिया गया होवेगा लोह दे उपर ते उन्हां दा चमड़ी उन्हां दा स्कीर शरीर जिहड़ा सी वो ना सड़िया होवेगा। कहण लगे उन्हां दी चमड़ी सड़ी, उनदे विचों कहंदे धुआं भी निकलिया, अग ने उन्हां दे शरीर नूं साड़िया। इत्थे ही बस नहीं, कहण लगे उत्थे एक भड़भुंजे का प्रबंध करके एक पासे गर्म रेता की गई तो सतगुरु गुरु अर्जन देव महाराज नूं एक पासे तवी ते बिठाया जाता है तो दूसरे पासे गर्म जिहड़ी बालू सी कहण लगे गुरु अर्जन देव महाराज जी के सीस विच पाई जाती है। ज्यों ज्यों रेता सीस विच पैंदी है शरीर के उपर पैंदी है, सारा तन जिहड़ा सी वो छालियां दे नाल भर गया। तो कहंदे उस वेले किसी कवि ने लिखिया, कहंदे चारों तरफ अग बरसे सेक सी तन साड़दा, छाले छाले हो गया जुस्सा मेरी सरकार दा, साईं मियाँ मीर रिठा हाल आ जद यार दा। कहंदे कुरला पिया ओ रो पिया रोंदा ते टाही मारदा। सुन सतगुरु ने कहा, कहंदे सुनो मियाँ छोड़ो प्रीति चाम से, क्या हुआ तन तप रहा मन शांत है हर नाम से। कहंदे किसी विद्वान ने लिखिया, कहंदे जिंदे सीस ते कदी सी कलश झुलदे। गुरु अर्जन देव महाराज पातशाह जिन्हां दे सीस दे उत्ते कदी कलश झुलिया करदे सी, जिस दे
ਜਿਹਦੇ ਸੀਸ ਤੇ ਕਦੀ ਸੀ ਕਲਸ ਝੁਲਦੇ, ਗਰਮ ਬਾਲੂ ਦੇ ਕੜਛ ਪਵਾ ਰਿਆ ਸੀ। ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤ ਮਈ ਦੇ ਪੂਰਨੇ ਪਾ ਰਿਆ ਸੀ। ਕਹਿੰਦੇ ਖਾ ਕੇ ਵਿੱਚ ਦੇਖਦੇ ਉਬਾਲਿਆਂ ਨੂੰ, ਫਿਰ ਵੀ ਸਤਨਾਮ ਵੈਗੁਰੂ ਗਾ ਰਿਆ ਸੀ। ਸੀਨਾ ਜਗਦਾ ਤਪਦਾ ਠਾਰਨੇ ਨੂੰ, ਤਨ ਆਪਣਾ ਸਾੜ ਵਿਖਾ ਰਿਆ ਸੀ। ਕਹਿੰਦੇ ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ। ਹੁਣ ਸ਼ਹਾਦਤ ਹੋਣੀ ਹੈ ਤੇ ਅਸੀਂ ਅੱਧੇ ਘੰਟੇ ਦੇ ਵਿੱਚ ਸ਼ਹਾਦਤ ਸੁਣਾ ਦੇਣੀ ਹੈ, ਪਰ 5 ਦਿਨ ਦੇ ਤਸੀਹੇ ਕੋਈ ਆਪਣੇ ਆਪ ਨੂੰ ਉਹਨਾਂ ਤਸੀਹਿਆਂ ਦੇ ਵਿੱਚ ਰੱਖ ਕੇ ਜਾਂ ਉਸ ਤਰ੍ਹਾਂ ਦਾ ਸੋਚ ਕੇ ਤਾਂ ਦੇਖੇ ਕਿ ਤਨ ਨੂੰ ਜੇਕਰ ਸੇਕ ਲੱਗ ਜੇ, ਰੋਟੀਆਂ ਪਕਾਉਂਦਿਆਂ ਕਿਤੇ ਹੱਥ ਨੂੰ ਤਵਾ ਗਰਮ ਲੱਗ ਜਾਵੇ, ਬੱਚਾ ਕਿਤੇ ਲਾ ਦੇਵੇ ਤੇ ਅਸੀਂ ਭੱਜੇ ਫਿਰਦੇ ਹਾਂ ਕਿ ਹੱਥ ਦੇ ਉੱਪਰ ਕੋਈ ਪ੍ਰਬੰਧ ਕਰੋ, ਛਾਲੇ ਨਾ ਪੈ ਜਾਣ। ਪਰ ਸਤਿਗੁਰੂ ਮਹਾਰਾਜ ਕਹਿੰਦੇ ਪਏ ਨੇ, ਉੱਥੇ ਕਿਸੇ ਨੇ ਲਿਖ ਦਿੱਤਾ, ਕਹਿੰਦੇ ਕਹਿਣਾ ਸੌਖਾ ਸੁਣਨਾ ਵੀ ਬਹੁਤ ਸੌਖਾ। ਔਖੀ ਗੱਲ ਹੈ ਅਮਲ ਕਮਾਉਣ ਵਾਲੀ, ਇਹ ਤਾਂ ਆਤਮਾ ਹੀ ਕੇਵਲ ਰੱਬ ਦੀ ਸੀ, ਤਤੀ ਤਵੀ ਤੇ ਸੁਖਮਨੀ ਗਾਣ ਵਾਲੀ। ਕਹਿੰਦੇ ਇਹ ਤਾਂ ਕੇਵਲ ਪਰਮਾਤਮਾ ਦੀ ਉਸ ਵਾਹਿਗੁਰੂ ਦੀ ਆਤਮਾ ਸੀ ਜਿਹੜੀ ਤਤੀ ਤਵੀ ਤੇ ਗਾਇਆ ਗਿਆ ਸੁਖਮਨੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ ਲਾਇਆ ਗਿਆ। 2 ਸਿੱਖਾਂ ਨੇ, ਭਾਈ ਪਿਰਾਗਾ ਜੀ ਨੇ ਤੇ ਸਤਿਗੁਰੂ ਮਹਾਰਾਜ ਜੀ ਦੇ ਸਿੱਖ ਭਾਈ ਲੰਗਾ ਜੀ ਨੇ, ਦੋਨਾਂ ਮੋਢਿਆਂ ਤੋਂ ਸਹਾਰਾ ਦਿੱਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਬਾਹਾਂ ਰੱਖੀਆਂ ਆਪਣੇ ਮੋਢਿਆਂ ਦੇ ਉੱਪਰ। ਅੱਜ ਸਤਿਗੁਰੂ ਮਹਾਰਾਜ ਤੋਂ ਤੁਰਿਆ ਵੀ ਨਹੀਂ ਜਾ ਰਿਹਾ। ਸਤਿਗੁਰੂ ਮਹਾਰਾਜ ਨੂੰ ਅੱਜ ਫਿਰ ਉਸ ਕੋਠੇ ਦੇ ਵਿੱਚ ਬੰਦ ਕੀਤਾ ਗਿਆ। ਗੁਰੂ ਅਰਜਨ ਦੇਵ ਮਹਾਰਾਜ ਨੂੰ ਅੱਜ ਫਿਰ ਪਾਣੀ ਦੀ ਘੁੱਟ ਨਹੀਂ ਦਿੱਤੀ ਗਈ, ਨਾ ਹੀ ਅੱਜ ਛਕਣ ਨੂੰ ਪ੍ਰਸ਼ਾਦਾ ਦਿੱਤਾ ਗਿਆ। ਤੇ ਜਿਸ ਸਰੀਰ ਨੂੰ ਛਾਲੇ ਛਾਲੇ ਹੋਏ ਹੋਣ, ਉਸ ਸਰੀਰ ਨੂੰ ਅੱਜ ਵੀ ਨੀਂਦ ਕਿੱਥੋਂ ਆਏਗੀ। ਅਗਲਾ ਦਿਨ ਚੜ੍ਹਿਆ, ਅੱਜ ਦੇਖੋ ਦੇਗ ਉਬਾਲੀ ਗਈ। ਪਾਣੀ ਉਬਲ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੂੰ ਬਿਠਾ ਕਰਕੇ ਉੱਪਰ ਢੱਕਣ ਲਾ ਦਿੱਤਾ ਗਿਆ। ਤੇ ਕਹਿੰਦੇ ਰਤਨ ਸਿੰਘ ਭੰਗੂ ਲਿਖਦਾ ਹੈ, ਜਦੋਂ ਕੱਢਿਆ ਸਤਿਗੁਰੂ ਮਹਾਰਾਜ ਜੀ ਦੇ ਸਰੀਰ ਦੀਆਂ ਕਈ ਜਗ੍ਹਾ ਤੋਂ ਹੱਡੀਆਂ ਦਿਸਦੀਆਂ ਪਈਆਂ ਸੀ, ਪੈਰਾਂ ਦੇ ਵਿੱਚੋਂ ਮਾਸ ਢਲ ਚੁੱਕਾ ਸੀ। ਸਤਿਗੁਰੂ ਮਹਾਰਾਜ ਜੀ ਦੇ ਪੈਰਾਂ ਦੀਆਂ ਹੱਡੀਆਂ ਦਿਸਦੀਆਂ ਪਈਆਂ ਸੀ, ਸਰੀਰ ਦੇ ਵਿੱਚੋਂ ਹੱਡੀਆਂ ਦਿਖਾਈ ਦਿੰਦੀਆਂ ਪਈਆਂ ਸੀ। ਕਹਿੰਦੇ ਉਸ ਵੇਲੇ ਪੈਰ ਧਰਤੀ ਤੇ ਨਹੀਂ ਲੱਗਦੇ ਪਏ। ਤੇ ਸਤਿਗੁਰੂ ਮਹਾਰਾਜ ਨੂੰ ਅੱਜ ਫਿਰ ਸਿੱਖਾਂ ਨੇ ਸਹਾਰਾ ਦਿੱਤਾ। ਮੋਢਿਆਂ ਦੇ ਉੱਪਰ ਸਤਿਗੁਰੂ ਮਹਾਰਾਜ ਜੀ ਨੇ ਬਾਹਾਂ ਰੱਖੀਆਂ ਤੇ ਸਤਿਗੁਰੂ ਮਹਾਰਾਜ ਨੂੰ ਅੱਜ ਫਿਰ ਉਸ ਕੋਠੇ 'ਚ ਬੰਦ ਕੀਤਾ ਗਿਆ। ਅੱਜ ਵੀ ਉਸ ਨੂੰ ਸਤਿਗੁਰੂ ਮਹਾਰਾਜ ਨੂੰ ਪਾਣੀ ਦੀ ਘੁੱਟ ਨਹੀਂ ਦਿੱਤੀ ਗਈ। ਤੇ ਅਗਲਾ ਦਿਨ ਜਿੱਦਣ ਹੋਇਆ, ਕਹਿਣ ਲੱਗੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਇੱਥੇ ਇੱਕ ਬੇਨਤੀ ਜ਼ਰੂਰ ਕਰਾਂ। ਅਸੀਂ ਇਤਿਹਾਸ ਸੁਣਦੇ ਆ ਨਾ, ਤੇ ਸਾਨੂੰ ਇਹ ਸੁਣਾਇਆ ਵੀ ਬੜਾ ਗਿਆ ਕਿ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿਹਾ ਕਿ ਤੁਹਾਨੂੰ ਗਾਂ ਦੀ ਖੱਲ ਵਿੱਚ ਮੜ ਦੇਵਾਂਗੇ। ਤੇ ਸਤਿਗੁਰੂ ਨੇ ਕਿਹਾ ਨਹੀਂ, ਅਸੀਂ ਇਸ਼ਨਾਨ ਕਰਨ ਜਾਣਾ ਹੈ। ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਰਾਵੀ 'ਚ ਇਸ਼ਨਾਨ ਕਰਨ ਗਏ ਤੇ ਪਰਤ ਕੇ ਵਾਪਸ ਨਹੀਂ ਆਏ। ਜਿਸ ਗੁਰੂ ਨੂੰ ਦੇਗ 'ਚ ਉਬਾਲਿਆ ਗਿਆ ਹੋਵੇ, ਜਿਸ ਗੁਰੂ ਨੂੰ 5 ਦਿਨ ਭੁੱਖਿਆਂ ਪਿਆਸਿਆਂ ਤੇ ਉਨੀਂਦ ਵਿੱਚ ਰੱਖਿਆ ਗਿਆ ਹੋਵੇ, ਜਿਸ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਹੋਵੇ, ਗਰਮ ਰੇਤ ਸੀਸ ਦੇ ਵਿੱਚ ਪਾਈ ਗਈ ਹੋਵੇ, ਕਹਿਣ ਲੱਗੇ ਉਹਦੇ ਵਾਸਤੇ ਗਾਂ ਦੀ ਖੱਲ ਕੀ ਕਹੇਗੀ। ਪਰ ਗੁਰੂ ਅਰਜਨ ਦੇਵ ਮਹਾਰਾਜ ਨਾਲ ਅਸੀਂ ਸ਼ਹਾਦਤ ਨੂੰ ਅਸੀਂ ਝਠਲਾਉਂਦੇ ਪਏ ਹਾਂ। ਗੁਰੂ ਅਰਜਨ ਦੇਵ ਦੀ ਸ਼ਹਾਦਤ ਨੂੰ ਅਸੀਂ ਖੁਦ ਖੁਸ਼ੀ ਵਾਲੇ ਪਾਸੇ ਲੈ ਕੇ ਜਾਂਦੇ। ਸ਼ਹਾਦਤ ਉਹ ਹੁੰਦੀ ਜਦੋਂ ਦੂਸਰਾ ਕਤਲ ਕਰੇ, ਤੇ ਜੇ ਅਸੀਂ ਆਪਣੀ ਮਰਜ਼ੀ ਦੇ ਨਾਲ ਰਾਵੀ ਦੇ ਵਿੱਚ ਵੜ ਜਾਵਾਂਗੇ, ਉਹਨੂੰ ਸ਼ਹਾਦਤ ਨਹੀਂ, ਫਿਰ ਖੁਦ ਖੁਸ਼ੀ ਲੋਕ ਕਹਿਣ ਲੱਗ ਪੈਣਗੇ। ਗੁਰੂ ਅਰਜਨ ਦੇਵ ਮਹਾਰਾਜ ਨੂੰ ਇੱਕ ਯਾਸਾ ਦੇ ਵਿੱਚ ਸੰਗਸਾਰ ਕਰਨਾ ਕਹਿੰਦੇ ਨੇ। ਅੱਜ ਵੀ ਇਸਲਾਮ ਦੇਸ਼ਾਂ ਦੇ ਵਿੱਚ ਦੇਖੋ, ਜਦੋਂ ਕਿਸੇ ਨੂੰ ਸਜ਼ਾ ਦੇਣੀ, ਕੋਈ ਚੋਰੀ ਕਰਦਾ ਹੈ, ਕੋਈ ਕਤਲ ਕਰਦਾ ਹੈ, ਤੇ ਉਹਨੂੰ ਅੱਧਾ ਧਰਤੀ ਵਿੱਚ ਦੱਬ ਕੇ ਤੇ ਪੱਥਰ ਮਾਰਦੇ ਨੇ, ਉਹਨੂੰ ਕਹਿੰਦੇ ਸੰਗਸਾਰ ਕਰਨਾ। ਪੱਥਰ ਮਾਰ ਮਾਰ ਕੇ ਉਹਨੂੰ ਮਾਰ ਦਿੱਤਾ ਜਾਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੂੰ ਰਾਵੀ ਦੇ ਕੰਢੇ ਤੇ ਲੈ ਕੇ ਗਏ। ਉਹ ਚਾਹੁੰਦੇ ਸੀ ਕਿ ਸਰੀਰ ਦੇ ਉੱਪਰ ਛਾਲੇ ਨੇ, ਤੇ ਕਹਿੰਦੇ ਛਾਲਿਆਂ ਦੇ ਉੱਪਰ ਠੰਡਾ ਪਾਣੀ ਜਦ ਪਵੇਗਾ ਤੇ ਹੋਰ ਤੜਫਣਗੇ। ਉਹ ਸਜ਼ਾ ਦੇਣਾ ਚਾਹੁੰਦੇ ਨੇ, ਉਹ ਤੜਫਾਉਣਾ ਚਾਹੁੰਦੇ ਨੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ। ਕਹਿਣ ਲੱਗੇ, ਉਹਨਾਂ ਨੇ ਜਿਸ ਵੇਲੇ ਸਤਿਗੁਰੂ ਮਹਾਰਾਜ ਨੂੰ ਰਾਵੀ ਦੇ ਕੰਢੇ ਤੇ ਲੈ ਕੇ ਗਏ, ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਹੱਥ ਪਿੱਛੇ ਬੰਨ੍ਹ ਦਿੱਤੇ, ਪੈਰ ਸਤਿਗੁਰੂ ਮਹਾਰਾਜ ਜੀ ਦੇ ਬੰਨੇ ਹੋਏ ਨੇ। ਕਹਿੰਦੇ ਉਹਨਾਂ ਜ਼ਾਲਮਾਂ ਨੇ ਘੱਟ ਨਹੀਂ ਉਸ ਦਿਨ ਵੀ ਕੀਤੀ, ਗੁਰੂ ਅਰਜਨ ਦੇਵ ਮਹਾਰਾਜ ਨੂੰ ਪੱਥਰ ਮਾਰੇ ਗਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਰਵੱਟੇ ਦੇ ਉੱਪਰ, ਅੱਖ ਦੇ ਉੱਪਰ, ਕਹਿਣ ਲੱਗੇ ਖੱਬੇ ਪਾਸੇ ਪੱਥਰ ਵੱਜ ਗਿਆ, ਖੂਨ ਨਿਕਲਿਆ ਹੈ ਹੁਣ ਮੱਥੇ ਦੇ ਵਿੱਚੋਂ। ਹੁਣ ਜਿਹੜੇ ਸਾਰੇ ਜਿਹੜੇ ਸਿਪਾਹੀ ਸੀ ਉਹ ਡਰ ਗਏ। ਕਹਿੰਦੇ ਉਹਨਾਂ ਨੇ ਕਿਹਾ ਸੀ ਜਹਾਂਗੀਰ ਨੇ
कि खून ना निकले मार तां भावें दिओ पर खून निकलाया किते पता ना लग जावे। उन्होंने गुरु अर्जन देव महाराज नूं फिर उस तरह ही बन्निया होया नूं रावी दे विच सुੱਟ के सतगुरु महाराज नूं शहीद कर दिता। तद भाई साहब भाई गुरदास जी ने फिर उन्होंने 5 पंक्तियां लिखियां। कह लगे रहंदे गुर दरियाओ विच मीन कुलीन हेत निर्बानी। गुरु अर्जन देव महाराज कहते इन्ने शांत ने। कह लगे इन्ना दुख आउण तो बाद विच भी उन्होंने कहा सी कि कहते धरन स्वनी खड़ रतन जरावी हर प्रेम पुरख मन उठा सभे काद सुहेलड़े थिए। गुरु नानक सतगुरु तुठा। सतगुरु महाराज ने कहा सी कल ताती ਠਾਂਡਾ ਹਰ ਨਾਉ। सतगुरु महाराज उत्थे शब्द कहते